ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪੁਨੀਤ ਕੌਰ ਅੱਜ ਫਿਰ ਦੁਬਾਰਾ ਤੁਹਾਡੇ ਸਾਹਮਣੇ ਇੱਕ ਹੋਰ ਗੱਲ ਲੈ ਕੇ ਆਈ ਹਾਂ ਦੀਪ ਸਿੱਧੂ ਜੀ ਦੇ ਬਾਰੇ। ਅਸੀਂ ਸਾਰੇ ਦੀਪ ਸਿੱਧੂ ਜੀ ਦੇ ਬਾਰੇ ਬਹੁਤ ਗੱਲਾਂ ਕਰ ਰਹੇ ਹਾਂ, ਜਿੱਥੇ ਜਿੱਥੇ ਸਾਡੇ ਪੰਜਾਬੀ ਬੈਠੇ ਆ ਜਾਂ ਜਿੱਥੇ ਜਿੱਥੇ ਦੀਪ ਸਿੱਧੂ ਜੀ ਨੂੰ ਫੋਲੋ ਕਰਨ ਵਾਲੇ ਬੈਠੇ ਆ, ਉਹਨਾਂ ਨੂੰ ਲਾਈਕ ਕਰਨ ਵਾਲੇ ਬੈਠੇ ਹੈ। ਸੋ ਅੱਜ ਮੈਂ ਇਹ ਗੱਲ ਕਰਨਾ ਚਾਹੂੰਗੀ ਕਿ ਸਾਨੂੰ ਦੀਪ ਸਿੱਧੂ ਜੀ ਤੋਂ ਕੀ ਸਿੱਖਣਾ ਚਾਹੀਦਾ ਹੈ, ਉਹਨਾਂ ਦੀ ਲਾਈਫ ਤੋਂ, ਉਹਨਾਂ ਦੀ ਸ਼ਹੀਦੀ ਤੋਂ, ਉਹਨਾਂ ਦੇ ਜੋ ਸਿਧਾਂਤ ਸੀਗੇ ਜਿਨ੍ਹਾਂ ਬਾਰੇ ਉਹ ਗੱਲ ਕਰਦੇ ਸੀਗੇ, ਉਹਨਾਂ ਤੋਂ ਅਸੀਂ ਕੀ ਸਿੱਖਦੇ ਹਾਂ। ਸਾਨੂੰ ਉਹਨਾਂ ਨੂੰ ਦੇਖ ਕੇ ਇਹ ਜ਼ਰੂਰ ਸਿੱਖਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਸਟੂਡੈਂਟਸ ਆ, ਜਿੰਨੀ ਵੀ ਯੂਥ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਸਟੱਡੀ ਕੰਪਲੀਟ ਕਰਨੀ ਚਾਹੀਦੀ ਹੈ। ਸਿਰਫ ਕੰਪਲੀਟ ਹੀ ਨਹੀਂ, ਇਨਫੈਕਟ ਪੜ੍ਹਾਈ ਸਟੱਡੀ ਇੱਦਾਂ ਕਰਨੀ ਚਾਹੀਦੀ ਹੈ ਕਿ ਸਾਨੂੰ ਉਸ ਬੁੱਕ ਦਾ ਹਰ ਇੱਕ ਚੈਪਟਰ, ਹਰ ਇੱਕ ਵਰਡ ਸਾਡੇ ਅੰਦਰ ਵਸਿਆ ਹੋਵੇ। ਜੋ ਵੀ ਤੁਸੀਂ ਪੜ੍ਹਾਈ ਕਰ ਰਹੇ ਹੋ, ਕਿਸੇ ਵੀ ਵਿਸ਼ੇ 'ਤੇ ਜਾਂ ਕਿਸੇ ਵੀ ਟੌਪਿਕ 'ਤੇ ਜਾਂ ਕੋਈ ਵੀ ਤੁਸੀਂ ਕੋਰਸ ਕਰ ਰਹੇ ਹੋ, ਤੁਹਾਨੂੰ ਉਹਦੀ ਹਰ ਇੱਕ ਚੀਜ਼ ਦੀ ਡੀਪਲੀ ਨੌਲੇਜ ਹੋਣੀ ਚਾਹੀਦੀ ਹੈ। ਤਾਂ ਹੀ ਤੁਹਾਡਾ ਪੜ੍ਹਾਈ ਕਰਨ ਦਾ ਫਾਇਦਾ ਹੈ, ਤਾਂ ਹੀ ਤੁਹਾਡੇ ਪੈਸੇ ਲੱਗ ਰਹੇ ਨੇ, ਤਾਂ ਹੀ ਉਸ ਚੀਜ਼ਾਂ ਦਾ ਫਾਇਦਾ ਹੈ। ਅਗਰ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਉਸ ਬਾਰੇ, ਉਸ ਤੋਂ ਰਿਲੇਟਿਡ ਜੋ ਵੀ ਇਸ਼ੂਜ਼ ਜਾਂ ਚੱਲਦਾ ਪਿਆ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਆ। ਇੱਕ ਜਨਰਲ ਨੌਲੇਜ ਬਹੁਤ ਜ਼ਰੂਰੀ, ਬਹੁਤ ਹੀ ਇੰਪੋਰਟੈਂਟ ਆ। ਸਾਨੂੰ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿਣਾ ਚਾਹੀਦਾ ਆ। ਸਾਡੇ ਆਸ-ਪਾਸ, ਸਾਡੇ ਦੂਰ ਕੋਈ ਵੀ ਕਿਤੇ ਵੀ ਕਿਸੇ ਵੀ ਕੰਟਰੀ ਵਿੱਚ ਰਿਲੇਟਿਡ ਕੋਈ ਵੱਡੀ ਨਿਊਜ਼ ਚੱਲਦੀ ਪਈ ਹੈ ਜਾਂ ਕੁਛ ਵੀ ਹੈ, ਸਾਨੂੰ ਉਸ ਬਾਰੇ ਪਤਾ ਹੋਣਾ ਚਾਹੀਦਾ, ਸਾਨੂੰ ਅਪਡੇਟਡ ਹੋਣਾ ਚਾਹੀਦਾ ਆ। ਦੂਜਾ, ਸਾਨੂੰ ਹਿਸਟਰੀ ਜ਼ਰੂਰ ਪਤਾ ਹੋਣੀ ਚਾਹੀਦੀ ਹੈ, ਸਾਡੇ ਰਿਲੀਜਨ ਤੋਂ ਰਿਲੇਟਿਡ ਜਾਂ ਹੋਰ ਕਿਸੇ ਰਿਲੀਜਨ ਤੋਂ ਰਿਲੇਟਿਡ ਜਿਸ ਨੂੰ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ। ਹਿਸਟਰੀ ਜ਼ਰੂਰੀ ਪਤਾ ਹੋਣੀ ਚਾਹੀਦੀ ਹੈ ਸਾਨੂੰ ਕਿ ਸਾਡੀ ਕੰਟਰੀ ਦੀ ਜਾਂ ਸਾਡੇ ਰਿਲੀਜਨ ਦੀ ਜਾਂ ਹੋਰ ਕਿਸੇ ਚੀਜ਼ ਦੀ ਕੀ ਇਹ ਹਿਸਟਰੀ ਰਹਿ ਚੁੱਕੀ ਹੈ, ਸੋ ਦੈਟ ਅਸੀਂ ਵੀ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜਾਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਦੱਸ ਸਕੀਏ। ਜੇ ਸਾਨੂੰ ਖੁਦ ਹੀ ਨਹੀਂ ਪਤਾ ਹੋਏਗਾ ਤਾਂ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਜਾਂ ਹੋਰ ਕਿਸੇ ਨੂੰ ਕਿਵੇਂ ਦੱਸਾਂਗੇ। ਜਦ ਤੁਹਾਨੂੰ ਆਪਣੀ ਕਿਸੇ ਕੰਟਰੀ ਦਾ ਕੁਛ ਪੋਲੀਟੀਕਲ ਨਿਊਜ਼ ਤੁਸੀਂ ਪੜ੍ਹੀ ਹੋਏਗੀ ਜਾਂ ਪਤਾ ਹੋਏਗਾ ਤੁਹਾਨੂੰ, ਤਾਂ ਤੁਸੀਂ ਉਹਨੂੰ ਐਨਾਲਾਈਜ਼ ਕਰ ਸਕੋਗੇ ਕਿ ਸਾਡੇ ਦੇਸ਼ ਦੇ ਕੀ ਹਾਲਾਤ ਚੱਲ ਰਹੇ ਨੇ, ਕਿਵੇਂ ਦਾ ਸਟਰਕਚਰ ਹੈ, ਕੀ ਇੰਪਰੂਵਮੈਂਟਸ ਆਈਆਂ ਨੇ ਪਾਸਟ ਈਅਰਸ ਵਿੱਚ, ਕੀ ਨਹੀਂ ਆਈਆਂ, ਕੀ ਬਦਲਾਵ ਆ ਸਕਦੇ ਹੈ। ਤੁਸੀਂ ਜਦੋਂ ਇਹ ਸਭ ਬੈਠ ਕੇ ਦੇਖੋਗੇ, ਪੜ੍ਹੋਗੇ, ਤਾਂ ਤੁਹਾਨੂੰ ਪਤਾ ਲੱਗਿਆ ਕਿੱਥੇ ਕਿੱਥੇ ਕੀ ਕਮੀ ਆ ਜਾਂ ਇਹਦੇ ਵਿੱਚ ਕੀ ਚੇਂਜਿਸ ਆ ਸਕਦੇ ਹੈ। ਕਿਉਂਕਿ ਯੂਥ ਹੀ ਹੈ ਜਿਹਦੇ ਕੋਲ ਨਵਾਂ ਦਿਮਾਗ ਹੁੰਦਾ ਹੈ, ਨਵੀਂ ਸੋਚ ਹੁੰਦੀ ਹੈ, ਸਭ ਕੁਝ ਹੁੰਦਾ ਆ, ਅਤੇ ਉਸ ਚੀਜ਼ 'ਤੇ ਉਹ ਚੇਂਜ ਲੈ ਕੇ ਆ ਸਕਦਾ ਆ। ਜਿਵੇਂ ਅਸੀਂ ਦੇਖਿਆ ਦੀਪ ਸਿੱਧੂ ਜੀ ਆਪਣਾ ਪੂਰੀ ਕੋਸ਼ਿਸ਼ ਕਰਦੇ ਸੀਗੇ ਕਿ ਉਹਨਾਂ ਦੀ ਸਟੱਡੀ ਦੇ ਹਿਸਾਬ ਨਾਲ ਉਹ ਵੀ ਕੁਛ ਆਪਣਾ ਚੇਂਜ ਲੈ ਕੇ ਦੇ ਸਕਣ ਆਪਣੀ ਕੰਟਰੀ ਨੂੰ ਜਾਂ ਆਪਣੀ ਕੌਮ ਨੂੰ, ਜੋ ਕਿ ਬਹੁਤ ਹੀ ਇੰਪੋਰਟੈਂਟ ਗੱਲ ਹੈ। ਕਿਉਂਕਿ ਸਾਨੂੰ ਯੂਥ ਨੂੰ ਹੀ ਜੇ ਨਹੀਂ ਪਤਾ ਹੋਏਗਾ ਕਿ ਸਾਡੇ ਸਰਾਊਂਡਿੰਗਸ ਵਿੱਚ, ਇਨਵਾਇਰਮੈਂਟ ਵਿੱਚ ਜਾਂ ਸਾਡੇ ਅਰਾਊਂਡ ਕੀ ਕੁਛ ਚੱਲਦਾ ਪਿਆ ਹੈ, ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਤੁਸੀਂ ਕੀ ਸਮਝਦੇ ਹੋ ਕਿ ਉਹ ਕਿੰਨਾ ਕੁ ਇੰਪਰੂਵ ਕਰੇਗੀ ਜਾਂ ਕਿੰਨਾ ਕੁ ਉਹਨਾਂ ਵਾਸਤੇ ਸਭ ਕੁਝ ਸਹੀ ਹੋਏਗਾ, ਪੋਲੀਟੀਕਲ ਸਟਰਕਚਰ ਜਾਂ ਕੰਟਰੀ ਐਜ਼ ਅ ਹੋਲ ਦੇਖੀਏ ਤਾਂ। ਅਤੇ ਦੂਜੀ ਗੱਲ, ਸਾਨੂੰ ਆਪਣੇ ਰਿਲੀਜਨ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਸਾਡੇ ਰਿਲੀਜਨ ਦੀ ਹਿਸਟਰੀ, ਸਾਡੀ ਰਿਲੀਜਨ ਦਾ ਪ੍ਰੈਜ਼ੈਂਟ ਟਾਈਮ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕੀ ਕੁਝ ਹੋਇਆ, ਕੀ ਕੁਝ ਚੱਲ ਰਿਹਾ ਹੈ ਅਤੇ ਕੀ ਕੀਤਾ ਜਾ ਸਕਦਾ ਹੈ। ਤਾਂ ਤੁਸੀਂ ਜਦੋਂ ਉਹਨੂੰ ਐਨਾਲਾਈਜ਼ ਕਰੋਗੇ, ਰੀਡ ਕਰੋਗੇ, ਸਮਝਣ ਦੀ ਕੋਸ਼ਿਸ਼ ਕਰੋਗੇ, ਉਸ ਚੀਜ਼ 'ਤੇ ਇੰਟਰਸਟ ਦਿਖਾਓਗੇ, ਤਾਂ ਆਈ ਥਿੰਕ ਕਾਫੀ ਚੇਂਜਿਸ ਆ ਸਕਦੇ ਹੈ ਸਾਡੇ ਐਟ ਪ੍ਰੈਜ਼ੈਂਟ ਟਾਈਮ ਜਾਂ ਇਨ ਫਿਊਚਰ, ਜੋ ਕਿ ਬਹੁਤ ਜ਼ਰੂਰੀ ਹੋ ਗਿਆ ਅੱਜ ਕੱਲ੍ਹ ਦੇ ਟਾਈਮ 'ਚ। ਕਿਉਂਕਿ ਸਭ ਉਸੇ ਸਟਰਕਚਰ ਜਾਂ ਮੋਡਲ 'ਤੇ ਹੀ ਚੱਲਦੇ ਪਏ ਆ ਜੋ ਪਹਿਲਾਂ ਤੋਂ ਹੀ ਸੈੱਟ ਹੈ, ਜਿਵੇਂ ਦੀਪ ਸਿੱਧੂ ਜੀ ਕਹਿੰਦੇ ਸੀਗੇ।
ਅਗਲੀ ਗੱਲ ਜੋ ਸਾਨੂੰ ਹਮੇਸ਼ਾ ਕਾਲਜ ਦੇ ਵਿੱਚ ਸਮਝਾਈ ਜਾਂਦੀ ਸੀ, ਸਿਖਾਈ ਜਾਂਦੀ ਸੀ, ਮੋਟੀਵੇਟ ਕੀਤਾ ਜਾਂਦਾ ਸੀਗਾ ਇਹ ਕਹਿ ਕੇ ਕਿ ਹਮੇਸ਼ਾ ਆਊਟ ਆਫ ਦਾ ਬਾਕਸ ਸੋਚੋ, ਥਿੰਕ ਆਊਟ ਆਫ ਦਾ ਬਾਕਸ ਜਿਹਨੂੰ ਕਹਿੰਦੇ ਆ, ਕਿ ਜੋ ਵੀ ਚੱਲਦਾ ਪਿਆ ਹੈ ਜਾਂ ਜੋ ਵੀ ਰੂਲਸ ਆ ਜਾਂ ਕੁਛ ਵੀ ਹੈ ਉਹੀ ਨਾ ਹਮੇਸ਼ਾ ਫੋਲੋ ਕਰੀ ਜਾਓ। ਆਪਣੇ ਦਿਮਾਗ ਨਾਲ ਉਸ ਨੂੰ ਚੇਂਜ ਕਰਨ ਦੀ ਵੀ ਕੋਸ਼ਿਸ਼ ਕਰੋ। ਅਗਰ ਤੁਸੀਂ ਸੋਚੋਗੇ ਤਾਂ ਹੀ ਤੁਸੀਂ ਕਿਸੇ ਹੋਰ ਤਰੀਕੇ ਨਾਲ ਉਸ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰੋਗੇ, ਕੁਝ ਇੰਪਰੂਵਮੈਂਟ ਆਏਗੀ ਉਸ ਚੀਜ਼ 'ਤੇ ਜਾਂ ਉਸ ਕਿਸੇ ਟੌਪਿਕ 'ਤੇ। ਅਤੇ ਨਾਲ ਹੀ ਨਾਲ ਆਪਣੀ ਹੈਲਥ ਦਾ ਧਿਆਨ ਰੱਖੋ ਅਤੇ ਆਲਤੂ ਫਾਲਤੂ ਚੀਜ਼ਾਂ ਵਿੱਚ ਜਾਂ ਗੱਲਾਂ ਵਿੱਚ ਜਿਹਦਾ ਕੋਈ ਫਾਇਦਾ ਨਹੀਂ ਹੈ। ਫੋਰ ਐਗਜ਼ਾਮਪਲ ਗੇਮਸ ਹੋ ਗਈਆਂ, ਜਿਵੇਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਯੂਥ ਬਹੁਤ ਜ਼ਿਆਦਾ ਗੇਮ ਖੇਡਦੀ ਹੈ, ਪਬਜੀ ਐਂਡ ਆਲ ਦੈਟ ਬਹੁਤ ਜ਼ਿਆਦਾ ਖੇਡਦੀ ਹੈ। ਆਪਣਾ ਟਾਈਮ ਵੇਸਟ ਨਾ ਕਰੋ, ਕੋਈ ਵਧੀਆ ਗੱਲਾਂ ਸਿੱਖੋ, ਗੱਲਾਂ ਕਰੋ, ਚੇਂਜ ਕੁਛ ਲੈ ਕੇ ਆਓ ਆਪਣੀ ਲਾਈਫ ਦੇ ਵਿੱਚ। ਆਪਣਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਸਾਨੂੰ ਸਿੱਖਣ ਨੂੰ ਇਹੀ ਮਿਲਦਾ ਹੈ ਦੀਪ ਸਿੱਧੂ ਜੀ ਤੋਂ। ਉਹ ਬਹੁਤ ਹੀ ਜ਼ਿਆਦਾ ਡੈਡੀਕੇਟਿਡ ਸੀਗੇ ਆਪਣੇ ਕੰਮ ਨੂੰ ਲੈ ਕੇ, ਆਪਣੀ ਸੋਚ ਨੂੰ ਲੈ ਕੇ, ਆਪਣੀ ਕੌਮ ਨੂੰ ਲੈ ਕੇ, ਆਪਣੀ ਕੰਟਰੀ ਨੂੰ ਲੈ ਕੇ। ਜੇ ਉਹ ਡੈਡੀਕੇਟਿਡ ਨਾ ਹੁੰਦੇ ਤਾਂ ਆਈ ਡੋਂਟ ਥਿੰਕ ਸੋ ਉਹ ਇੰਨਾ ਅੱਗੇ ਆ ਪਾਉਂਦੇ ਜਾਂ ਲੋਕਾਂ ਨੂੰ ਉਹਨਾਂ ਬਾਰੇ ਪਤਾ ਲੱਗ ਪੈਂਦਾ, ਉਹਨਾਂ ਦੀ ਸੋਚ ਬਾਰੇ। ਉਹਨਾਂ ਨੇ ਆਪਣੇ ਉੱਪਰ ਬਹੁਤ ਕੰਮ ਕੀਤਾ ਆ। ਉਹਨਾਂ ਨੇ ਮੈਂਟਲੀ ਵੀ, ਫਿਜ਼ੀਕਲੀ ਵੀ, ਸੋਸ਼ਲੀ ਵੀ ਬਹੁਤ ਕੰਮ ਕੀਤਾ ਆ, ਤਾਂ ਹੀ ਉਹਨਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਆ। ਸੋ ਹਮੇਸ਼ਾ ਸਾਨੂੰ ਜੋ ਵੀ ਕੋਈ ਕੇਸ ਹੁੰਦਾ ਸਾਡੇ ਲਾਗੇ ਛਾਗੇ, ਆਲੇ ਦੁਆਲੇ, ਜਿਹਨਾਂ ਤੋਂ ਸਾਨੂੰ ਪੋਜ਼ੀਟਿਵ ਵਾਈਬਸ ਆਉਂਦੀਆਂ ਨੇ, ਉਸ ਚੀਜ਼ ਤੋਂ ਹਮੇਸ਼ਾ ਸਾਨੂੰ ਕੋਈ ਨਾ ਕੋਈ ਚੇਂਜ ਸਿੱਖਣਾ ਚਾਹੀਦਾ ਆ, ਕੁਛ ਨਾ ਕੁਛ ਸਿੱਖਣਾ ਚਾਹੀਦਾ ਆ, ਅਤੇ ਉਹ ਚੀਜ਼ ਨੂੰ ਅੱਗੇ ਵੀ ਲੈ ਕੇ ਜਾਣਾ ਚਾਹੀਦਾ ਆ। ਅਤੇ ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ। ਹੁਣ ਲੱਗਦਾ ਪਤਾ ਕਿ ਉਹਨਾਂ ਨੇ ਕਿਵੇਂ ਆਪਣਾ ਲਾਅ ਦੀ ਸਟੱਡੀਜ਼ ਕੰਪਲੀਟ ਕੀਤੀਆਂ ਸੀਗੀਆਂ ਅਤੇ ਆਪਣਾ ਰਿਲੀਜਨ ਬਾਰੇ ਵੀ ਪੂਰੀ ਨੌਲੇਜ ਰੱਖੀ। ਸੋ ਪੂਰਾ ਇੱਕ ਉਹ ਮਿਕਸਚਰ ਕਹਿੰਦੇ ਆ, ਪੈਕੇਜ ਸੀਗੇ ਉਹ, ਹਰ ਇੱਕ ਚੀਜ਼ ਸੀਗੀ ਉਹਨਾਂ ਵਿੱਚ, ਹਰ ਇੱਕ ਗੁਣ ਸੀਗਾ। ਇਹ ਬਹੁਤ ਜ਼ਰੂਰੀ ਆ ਕਿ ਬੰਦਾ ਬਹੁਤ ਹੀ ਵਰਸਟਾਈਲ ਹੋਣਾ ਚਾਹੀਦਾ ਆ ਆਪਣੀ ਲਾਈਫ ਦੇ ਵਿੱਚ, ਕਿਉਂਕਿ ਇਹ ਸਭ ਚੀਜ਼ਾਂ ਨਾ ਕਿਤੇ ਜਾ ਕੇ ਲਾਈਫ ਵਿੱਚ ਬਹੁਤ ਹੈਲਪ ਕਰਦੀਆਂ। ਕਹਿੰਦੇ ਨੇ ਵੀ ਕਿ ਸਟੱਡੀ ਕੀਤੀ, ਕਿਉਂ ਹਿੰਦੀ ਸਬਜੈਕਟ ਰੱਖਿਆ ਹੋਇਆ ਸੀਗਾ, ਕਿਉਂ ਪੰਜਾਬੀ ਸਬਜੈਕਟ ਰੱਖਿਆ ਹੋਇਆ ਸੀਗਾ, ਕੀ ਲੋੜ ਸੀਗੀ 5th ਵਿੱਚ, 7th ਵਿੱਚ, 10th ਵਿੱਚ, 11th, ਕੀ ਲੋੜ ਸੀਗੀ? ਲੋੜ ਇਹ ਸੀ ਕਿ ਸਾਨੂੰ ਆਪਣੀ ਮਦਰ ਟੰਗ, ਜੋ ਕਿਸੇ ਦੀ ਹਿੰਦੀ ਹੈ, ਕਿਸੇ ਦੀ ਪੰਜਾਬੀ ਹੈ, ਮਾਂ ਬੋਲੀ, ਉਸ ਚੀਜ਼ ਨਾਲ ਬੰਦਾ ਜੁੜਿਆ ਰਹੇ। ਜੇ ਬੰਦਾ ਆਪਣੀ ਲੈਂਗੁਏਜ ਦੇ ਨਾਲ ਜੁੜਿਆ ਰਹੇਗਾ, ਉਹਨੂੰ ਬੋਲਣਾ ਸਿੱਖੇਗਾ, ਉਹਨੂੰ ਬੋਲੇਗਾ, ਉਹਨੂੰ ਲਿਖਣਾ ਆਉਂਦਾ ਹੋਏਗਾ ਅਤੇ ਆਪਣੇ ਰਿਲੀਜਨ ਨਾਲ ਰਿਲੇਟ ਕਰੇਗਾ, ਅਤੇ ਉਹਦਾ ਇਹ ਫਾਇਦਾ ਹੋਏਗਾ ਕਿ ਸਾਨੂੰ ਆਪਣੇ ਕਲਚਰ ਬਾਰੇ ਸਮਝਣ ਦਾ ਜਾਂ ਕਲਚਰ ਨੂੰ ਦੇਖਣ ਦਾ ਵੀ ਇੰਟਰਸਟ ਆਏਗਾ। ਆਪਣਾ ਸੱਭਿਆਚਾਰ, ਆਪਣਾ ਧਰਮ, ਇਹ ਸਭ ਚੀਜ਼ਾਂ ਆਪਣੇ ਲੈਂਗੁਏਜ ਦੇ ਨਾਲ ਰਿਲੇਟਿਡ ਹੁੰਦੀਆਂ ਨੇ। ਤਾਂ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਜਿਸ ਰਿਲੀਜਨ ਵਿੱਚ ਹੈਗੇ ਹਾਂ, ਸਾਨੂੰ ਉਸ ਚੀਜ਼ ਬਾਰੇ ਸਭ ਕੁਛ ਪਤਾ ਹੋਵੇ, ਅਸੀਂ ਉਸ ਚੀਜ਼ ਨੂੰ ਫੋਲੋ ਕਰਦੇ ਹੋਈਏ, ਤਾਂ ਹੀ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਉਹਦੇ ਬਾਰੇ ਦੱਸਾਂਗੇ, ਜਾਂ ਆਪਣੇ ਫਰੈਂਡਸ ਨੂੰ ਜਾਂ ਕਿਸੇ ਨੂੰ ਸਮਝਾ ਸਕਾਂਗੇ। ਜੇ ਸਾਨੂੰ ਕੋਈ ਪੁੱਛ ਲਵੇ, ਸਾਨੂੰ ਕੁਛ ਪਤਾ ਹੀ ਨਹੀਂ ਹੋਏਗਾ, ਤਾਂ ਕੀ ਜਵਾਬ ਦਿਓਗੇ? ਇਕੱਲੀ ਇੰਗਲਿਸ਼ ਹੀ ਬੋਲੀ ਜਾਓਗੇ, ਇਕੱਲੀ ਅੰਗਰੇਜ਼ੀ ਹੀ ਬੋਲੀ ਜਾਓਗੇ ਜਾਂ ਪੜ੍ਹੀ ਜਾਓਗੇ, ਅਤੇ ਤੁਸੀਂ ਫਿਰ ਇੰਗਲਿਸ਼ ਕਲਚਰ ਹੀ ਫੋਲੋ ਕਰਨ ਜੋਗੇ ਰਹਿ ਜਾਓਗੇ। ਠੀਕ ਹੈ, ਸਭ ਦੇ ਕਲਚਰ ਨੂੰ ਦੇਖਣਾ ਚਾਹੀਦਾ, ਪੜ੍ਹਨਾ ਚਾਹੀਦਾ, ਸੁਣਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ, ਇੰਜੋਏ ਕਰਨਾ ਚਾਹੀਦਾ ਹੈ, ਬਟ ਆਪਣਾ ਕਲਚਰ ਕਦੇ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ, ਕੀ ਹੋ ਤੁਸੀਂ, ਕੀ ਤੁਹਾਡੀ ਪਹਿਚਾਣ ਹੈ, ਉਸ ਚੀਜ਼ ਨੂੰ ਕਦੀ ਨਹੀਂ ਗਵਾਉਣਾ ਚਾਹੀਦਾ। ਹਮੇਸ਼ਾ ਆਪਣੇ ਨਾਲ ਰੱਖਣਾ ਚਾਹੀਦਾ ਹੈ, ਭਾਵੇਂ ਤੁਸੀਂ ਜਿੱਥੇ ਵੀ ਬੈਠੇ ਹੋ। ਦੀਪ ਸਿੱਧੂ ਜੀ ਬੋਂਬੇ 'ਚ ਰਹਿੰਦੇ ਸੀਗੇ, ਆਪਣੀ ਲਾਅ ਦੀ ਸਟੱਡੀ ਕੀਤੀ, ਸਭ ਕੁਛ ਕੀਤਾ ਉਹਨਾਂ ਨੇ, ਪ੍ਰੈਕਟਿਸ ਕੀਤੀ ਲਾਅ ਦੀ, ਆਪਣੀ ਫਰਮ ਸੀਗੀ ਉਹਨਾਂ ਦੀ, ਐਕਟਿੰਗ ਸੀ ਕਰਦੇ, ਉਹ ਗੇਮਸ ਖੇਲਦੇ ਸੀਗੇ, ਆਪਣੇ ਬਾਸਕਿਟਬਾਲ ਵਗੈਰਾ ਜਾਂ, ਅਤੇ ਬਟ ਸਟਿਲ ਆਪਣੇ ਕਲਚਰ ਦੇ ਨਾਲ, ਆਪਣੇ ਰਿਲੀਜਨ ਦੇ ਨਾਲ ਉਹ ਅੰਦਰੋਂ ਅੰਦਰੀ ਜੁੜੇ ਰਹਿੰਦੇ ਸੀਗੇ, ਫੋਲੋ ਕਰਦੇ ਰਹਿੰਦੇ ਸੀ, ਸਮਝਦੇ ਰਹਿੰਦੇ ਸੀ, ਸਿੱਖਦੇ ਰਹਿੰਦੇ ਸੀ, ਤਾਂ ਹੀ ਉਹ ਅੱਜ ਇੱਥੇ ਤੱਕ ਪਹੁੰਚੇ। ਆਪਣੇ ਪੰਜਾਬ ਵੱਲ ਉਹਨਾਂ ਨੂੰ ਖਿੱਚ ਪਈ ਅਤੇ ਉਹਨਾਂ ਨੇ ਇੰਨਾ ਕੁਛ ਕਰ ਦਿਖਾਇਆ ਜੋ ਕਿ ਕੋਈ ਆਮ ਇਨਸਾਨ ਨਹੀਂ ਕਰ ਸਕਦਾ। ਅਤੇ ਜਿਹਦੀ ਲਗਨ ਹੋਏਗੀ, ਜਿਹਦਾ ਪੈਸ਼ਨ ਹੋਏਗਾ ਜਾਂ ਜਿਹਦੀ ਡੈਡੀਕੇਸ਼ਨ ਹੋਏਗੀ, ਉਹੀ ਕਰੇਗਾ, ਰਾਈਟ। ਸੋ ਇਹ ਸਭ ਗੱਲਾਂ ਸੀਗੀਆਂ ਜੋ ਸਾਨੂੰ ਸਿੱਖਣ ਨੂੰ ਮਿਲਦੀਆਂ ਹੈ ਉਹਨਾਂ ਦੀ ਲਾਈਫ ਤੋਂ, ਅਤੇ ਆਪਣੇ ਅੰਦਰ ਵੀ ਚੇਂਜ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਗਰ ਅਸੀਂ ਕਿਸੇ ਹੋਰ ਵਿੱਚ ਜਾਂ ਆਪਣੇ ਆਸ-ਪਾਸ ਚੇਂਜ ਵੇਖਣਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਆਪਣੇ ਅੰਦਰ ਚੇਂਜ ਲੈ ਕੇ ਆਉਣਾ ਚਾਹੀਦਾ। ਪੜ੍ਹਾਈ ਤਾਂ ਬਹੁਤ ਇੰਪੋਰਟੈਂਟ ਆ, ਜਿੰਨੀ ਕਰ ਸਕਦੇ ਹੋ ਕਰੋ। ਕਹਿੰਦੇ ਆ ਨਾ, ਨੌਲੇਜ ਜਿੰਨੀ ਲਵੋ ਉਨੀ ਘੱਟ ਹੈ। ਸੋ ਆਪਣਾ ਫੇਸਬੁੱਕ 'ਤੇ ਜਾਂ ਕਿਤੇ ਹੋਰ ਕੁਛ ਵੀ ਤੁਸੀਂ ਦੇਖ ਰਹੇ ਹੋ, ਆਲਤੂ ਫਾਲਤੂ ਚੀਜ਼ਾਂ ਦੇਖਣ ਦੀ ਬਜਾਏ ਨੌਲੇਜ ਗੇਨ ਕਰੋ। ਫਾਇਦਾ ਹੋਏਗਾ, ਕਦੀ ਨਾ ਕਦੀ ਤੇ ਆਏਗਾ ਚੇਂਜ। ਆਪਣੀ ਲਾਈਫ ਨੂੰ ਫੋਰ ਗ੍ਰੈਂਟਿਡ ਨਾ ਲਵੋ, ਬਟ ਆਪਣੀ ਲਾਈਫ ਨੂੰ ਇੰਜੋਏ ਵੀ ਕਰੋ ਔਰ ਉਹਦਾ ਬੈਸਟ ਯੂਜ਼ ਰੱਖੋ, ਬੈਸਟ ਯੂਜ਼ ਕਰੋ, ਵੇਸਟ ਨਾ ਕਰੋ।